ਤੇ ਹੋਰ ਵੀ ਜ਼ਿਆਦਾ ਸੁਧਾਰ ਆਊਗਾ। ਤੇ ਇਸ ਲਈ ਸਭ ਤੋਂ ਪਹਿਲਾਂ ਤਾਂ ਸਾਰੇ ਟੀਚਰਸ ਦਾ ਥੈਂਕਸ ਜਿਨ੍ਹਾਂ ਨੇ ਬੱਚਿਆਂ ਨੂੰ ਤਿਆਰੀ ਕਰਵਾਈ, ਤੇ ਉਹਨਾਂ ਟੀਚਰਸ ਦਾ ਵੀ ਥੈਂਕਸ ਜਿਨ੍ਹਾਂ ਨੇ ਉਹਨਾਂ ਦੀ ਜਗ੍ਹਾ 'ਤੇ ਉਹਨਾਂ ਦੀਆਂ ਕਲਾਸਿਸ ਨੂੰ ਐਡਜਸਟ ਕੀਤਾ ਤੇ ਉਹਨਾਂ ਦੀ ਐਡਜਸਟਮੈਂਟ ਲਗਾਈ। ਤੇ ਇਸ ਤੋਂ ਬਾਅਦ ਬੱਚੇ ਤੁਹਾਨੂੰ ਪਤਾ ਵੀ ਆਪਾਂ ਸਾਈਡ 'ਤੇ ਹੈ ਨਾ ਬੈਂਚ ਪਏ ਨੇਗੇ, 3-4 ਬੈਂਚ ਲੱਗੇ ਹੋਏ ਨੇਗੇ, ਦੇਖ ਰਹੇ ਆ ਸਾਰਿਆਂ ਨੂੰ। ਤੇ ਉਹਦੇ 'ਤੇ ਜਿਹੜੀਆਂ ਚੀਜ਼ਾਂ ਪਈਆਂ ਨੇ ਨਾ, ਤੇ ਉਹਨਾਂ ਬਾਰੇ ਪਤਾ ਤੁਹਾਨੂੰ ਕੀ ਚੀਜ਼ਾਂ ਨੇ, ਉਹ ਕਿੱਥੋਂ ਆਈਆਂ ਨੇ, ਕਦੋਂ ਹੁੰਦੀਆਂ ਸੀ, ਉਹ ਦੱਸ ਸਕਦਾ ਕੋਈ? ਥੋੜ੍ਹੀਆਂ ਬਹੁਤ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਗੀਆਂ, ਜਿਵੇਂ ਚਰਖਾ ਵਗੈਰਾ ਦਾ ਹੈ ਨਾ, ਹਲੇ ਵੀ ਆਪਾਂ ਨੂੰ ਗੀਤਾਂ ਦੇ ਵਿੱਚ ਵੀ, ਆਪਾਂ ਨੂੰ ਘਰਾਂ ਦੇ ਵਿੱਚ ਵੀ ਆਮ ਮਿਲ ਜਾਂਦਾ ਗਾ। ਬਟ ਕਈ ਚੀਜ਼ਾਂ ਇੱਦਾਂ ਦੀਆਂ ਨੇ ਬੱਚੇ ਜਿਹੜੀਆਂ ਥੋੜ੍ਹੀਆਂ ਕਰਦੇ ਅਲੋਪ ਹੁੰਦੀਆਂ ਜਾ ਰਹੀਆਂ ਨੇਗੀਆਂ। ਇਸ ਲਈ ਇੱਕ ਕਿਸੇ ਚੰਗੇ ਸਿਆਣੇ ਬੰਦੇ ਨੇ ਕਿਹਾ ਸੀ ਕਿ ਜਿਹੜੇ ਬੰਦੇ ਆਪਣੀਆਂ ਜੜ੍ਹਾਂ ਭੁੱਲ ਜਾਂਦੇ ਆ ਉਹ ਜਾਂ ਜਿਹੜੇ ਆਪਣੇ ਸੱਭਿਆਚਾਰ ਦੀਆਂ ਜੜ੍ਹਾਂ ਭੁੱਲ ਜਾਂਦੇ ਆ ਉਹ ਹੌਲੀ ਹੌਲੀ ਖਤਮ ਹੋ ਜਾਂਦੀਆਂ ਨੇ। ਆਪਾਂ ਅੱਜ ਕੀ ਕੀਤਾ, ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਆ ਵੀ ਆਪਾਂ ਆਪਣੇ ਸੱਭਿਆਚਾਰ ਦੀਆਂ ਜੜ੍ਹਾਂ 'ਚ ਥੋੜ੍ਹਾ ਬਹੁਤ ਪਾਣੀ ਆ ਜਿਹੜਾ ਪਾਇਆ ਜਾਵੇ, ਤਾਂ ਕਿ ਆਪਾਂ ਆਪਣੇ ਸੱਭਿਆਚਾਰ ਜੋ ਆਪਣਾ ਪੁਰਾਣੇ ਰੀਤੀ ਰਿਵਾਜ ਸੀਗੇ ਉਹਨਾਂ ਨੂੰ ਜਿਉਂਦਾ ਰੱਖ ਸਕੀਏ। ਆਪਾਂ ਨੂੰ ਪਤਾ ਹੋਣਾ ਚਾਹੀਦਾ ਗਾ ਕਿ ਆਪਣੇ ਪੁਰਖੇ ਕੌਣ ਸੀ, ਉਹ ਕੀ ਕੰਮ ਕਰਦੇ ਸੀ, ਉਹ ਕਿੱਦਾਂ ਦੀ ਜ਼ਿੰਦਗੀ ਬਤੀਤ ਕਰਦੇ ਸੀ, ਉਹ ਕੀ ਗੱਡੀਆਂ ਕਾਰਾਂ 'ਚ ਘੁੰਮਦੇ ਸੀ ਅੱਜ ਵਾਂਗ, ਫੋਨ 'ਤੇ ਗੱਲਾਂ ਕਰਦੇ ਸੀ, ਵਟਸਐਪ ਚਲਾਉਂਦੇ ਸੀ? ਨਹੀਂ, ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਦੂਰ ਸੀ। ਤੇ ਤਾਂ ਹੀ ਕਿਸੇ ਚੰਗੇ ਲੇਖਕ ਨੇ ਲਿਖਿਆ ਕਿ ਦਿਲ ਉਦੋਂ ਸੱਚੇ ਸੀ ਜਦੋਂ ਘਰ ਕੱਚੇ ਸੀ। ਘਰ ਪਹਿਲਾਂ ਕੀ ਸੀ? ਕੱਚੇ ਸੀਗੇ, ਤੇ ਲੋਕਾਂ ਦੇ ਦਿਲ ਕੀ ਸੀਗੇ ਉਸ ਸਮੇਂ? ਸੱਚੇ ਸੀਗੇ। ਬਿਲਕੁਲ ਇੱਕ ਦੂਸਰੇ ਦੀ ਮਦਦ ਕਰਦੇ ਸੀਗੇ, ਇੱਕ ਦੂਸਰੇ ਪ੍ਰਤੀ ਉਹਨਾਂ ਦਾ ਮੋਹ ਪਿਆਰ ਦੁੱਗਣਾ ਤਿੱਗਣਾ ਹੁੰਦਾ ਸੀ। ਤੁਰ ਕੇ ਆਪੋ ਆਪਣੇ ਪੈਂਡੇ ਤੈਅ ਕਰਦੇ ਹੁੰਦੇ ਸੀ। ਕਈ ਬਾਟਾਂ ਦੂਰ ਦੀਆਂ ਹੁੰਦੀਆਂ ਸੀ ਤਾਂ ਰਾਤ ਨੂੰ ਪਿੰਡ ਦੇ ਕਿਸੇ ਗੇਟ ਖੜਕਾ ਦੇਣਾ, ਤਾਂ ਉਹਨਾਂ ਨੇ ਬਿਸਤਰਾ ਵੀ ਦੇਣਾ, ਰੋਟੀ ਵੀ ਦੇਣੀ, ਸੁਬਾਹ ਦੀ ਚਾਹ ਵੀ ਦੇਣੀ, ਤੇ ਉਹਨੂੰ ਰੋਟੀ ਦੇ ਕੇ ਵੀ ਤੋਰਨਾ, ਬੰਨ੍ਹ ਕੇ ਤੋਰਨਾ ਵੀ ਭਾਈ ਰਸਤੇ 'ਚ ਤੈਨੂੰ ਅੱਗੇ ਜਾ ਕੇ ਭੁੱਖ ਲੱਗੂ ਤੇ ਇਹ ਤੇਰੇ ਕੰਮ ਆਊਗੀ। ਬਟ ਅੱਜ ਦੇ ਟਾਈਮ ਕੀ ਆ? ਅੱਜ ਦੇ ਟਾਈਮ 7 ਵਜੇ ਗੇਟ ਬੰਦ ਹੋ ਜਾਂਦੇ ਆ, ਬਟ ਕੋਈ ਵੀ ਆਪਾਂ ਗੇਟ ਖੜਕਾਈ ਚੱਲੀਏ ਛੇਤੀ ਗੇਟ ਨਹੀਂ ਖੋਲ੍ਹਦਾ। ਇੱਦਾਂ ਹੀ ਹੁੰਦਾ ਨਾ? ਹਾਂਜੀ ਦੱਸੋ, ਕਿੰਨੇ ਵਜੇ ਗੇਟ ਬੰਦ ਕਰ ਦਿੰਦੇ ਹੋ ਤੁਸੀਂ? ਹਾਂਜੀ ਬੱਚਿਓ, ਛੋਟੇ ਬੱਚੇ, ਕਿੰਨੇ ਵਜੇ ਗੇਟ ਬੰਦ ਕਰ ਦਿੰਦੇ ਹੋ ਆਪਣੇ ਘਰਾਂ ਦੇ? ਜੰਦੇ ਕਿੰਨੇ ਵਜੇ ਲਾਉਣੇ ਹੋ? 7 ਵਜੇ ਜਾਂ 8 ਵਜੇ? 7 ਵਜੇ, ਠੀਕ ਹੈ, ਵੈਰੀ ਗੁੱਡ। ਤੇ 7 ਵਜੇ ਤੋਂ ਬਾਅਦ ਕੋਈ ਆਈ ਜਾਵੇ, ਆਪਾਂ ਛੇਤੀ ਦਾ ਗੇਟ ਹੀ ਨਹੀਂ ਖੋਲ੍ਹਦੇ। ਗੇਟ ਖੋਲ੍ਹਣਾ ਮੇਰਾ ਚੰਗੀ ਤਰ੍ਹਾਂ ਪਹਿਲਾਂ ਪੁੱਛ ਪੜਤਾਲ ਕਰਦੇ ਆ, ਹਾਂਜੀ ਕੌਣ ਆ, ਕੀ ਕੰਮ ਆ, ਕਿੱਥੋਂ ਆਏ ਹੋ, ਦੱਸੋ। ਬਟ ਪਹਿਲਾਂ ਵਾਲੇ ਸਮੇਂ ਦੇ ਵਿੱਚ ਇੱਦਾਂ ਨਹੀਂ ਸੀ ਹੁੰਦਾ। ਉਦੋਂ ਜਿਹੜਾ ਮਰਜ਼ੀ ਗੇਟ ਖੜਕਾ ਦਿੰਦੇ, ਅਗਲਾ ਗੇਟ ਖੋਲ੍ਹਦਾ ਸੀ। ਰਾਤ ਨੂੰ ਰਹਿਣ ਵਾਸਤੇ ਮੰਜਾ ਵੀ ਮਿਲਦਾ, ਬਿਸਤਰਾ ਵੀ ਮਿਲਦਾ, ਤੇ ਸੁਬਾਹ ਨੂੰ ਫਿਰ ਦੁਬਾਰਾ ਨੂੰ ਚਾਹ ਪਾਣੀ ਵੀ ਦਿੰਦੇ, ਰੋਟੀ ਨਾਲ ਵੀ ਬੰਨ੍ਹ ਕੇ ਦਿੰਦੇ। ਤੇ ਅੱਜ ਇੱਦਾਂ ਹੀ ਮੈਂ ਸਾਰੇ ਬੱਚਿਆਂ ਦਾ ਧਿਆਨ ਬੈਠਿਆਂ ਨੇ ਧਿਆਨ ਆ ਜਿਹੜਾ ਮੈਂ ਉਹਨਾਂ ਚੀਜ਼ਾਂ ਵੱਲ ਜਾਊਂਗਾ। ਤੇ ਮੈਂ ਕੁਲਦੀਪ ਸਰ ਤੇ ਹਰਦੀਪ ਸਰ ਨੂੰ ਰਿਕੁਐਸਟ ਕਰਦਾ ਕਿ ਉਹ ਨਾਲ ਮੇਰਾ ਸਾਥ ਦੇ ਦੇਣ। ਆਪਾਂ ਚੀਜ਼ਾਂ ਬਾਰੇ ਜਿਹੜੀ ਪ੍ਰਦਰਸ਼ਨੀ ਲਗਾਈ ਆ ਸਾਰੇ ਬੱਚਿਆਂ ਨੇ ਤੇ ਸਾਰੇ ਟੀਚਰਸ ਨੇ ਡਿਸਿਪਲਿਨ 'ਚ ਰਹਿ ਕੇ ਬੱਚਿਆਂ ਨੂੰ ਉਹ ਚੀਜ਼ਾਂ ਦਿਖਾਉਣੀਆਂ ਨੇ। ਤੇ ਮੈਂ ਰਿਕੁਐਸਟ ਕਰਦਾ ਹਰਦੀਪ ਤੇ ਕੁਲਦੀਪ ਸਰ ਨੂੰ, ਸਰ ਪਲੀਜ਼ ਉਹਨਾਂ ਚੀਜ਼ਾਂ ਕੋਲ ਆ ਜਾਓ। ਆਪਾਂ ਹਾਂਜੀ ਉੱਚੀ ਖੂਹ ਬਾਰੇ ਪਤਾ ਸਾਰਿਆਂ ਨੂੰ ਕੀ ਹੁੰਦਾ ਸੀ? ਖੂਹ ਬਾਰੇ ਪਤਾ ਕੀ ਹੁੰਦਾ ਸੀ? ਖੂਹ, ਹਾਂਜੀ ਪਤਾ? ਦੱਸ ਦੋ, ਖੂਹ ਕੀ ਹੁੰਦਾ ਸੀ? ਖੂਹ ਦੇ ਵਿੱਚ ਕੀ ਹੁੰਦਾ ਸੀ? ਬਟ ਅੱਜ ਕੱਲ੍ਹ ਖੂਹ ਹੈਗਾ ਆ ਦੇਖੋ ਆਪਣੇ ਸਕੂਲ 'ਚ, ਇਹ ਖੂਹ ਆ, ਇਹ ਬੱਚੇ ਇਹ ਮਾਡਲ ਆ। ਖੂਹ ਨਹੀਂ ਗਾ, ਇਹਦਾ ਇੱਥੇ ਬਸ ਇੰਨਾ ਕੁ ਹੀ ਆਪਾਂ ਬਣਾਇਆ ਗਿਆ। ਤੇ ਸਭ ਤੋਂ ਪਹਿਲਾਂ ਉਹਨਾਂ ਟੀਚਰਸ ਦੀ ਮੈਂ ਬਹੁਤ ਤੇ ਸਾਰੇ ਟੀਚਰਸ ਦਾ ਬਹੁਤ ਥੈਂਕਸ ਜਿਨ੍ਹਾਂ ਨੇ ਸੰਡੇ ਨੂੰ ਵੀ ਆ ਕੇ ਇੱਥੇ ਕੰਮ ਕੀਤਾ ਤੇ ਆਪਣੇ ਤੀਆਂ ਦੇ ਤਿਉਹਾਰ ਨੂੰ ਮਨਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ। ਤੇ ਬੱਚਿਓ ਹਾਂਜੀ ਇਹ ਖੂਹ ਹੁੰਦਾ ਸੀ ਲੋਕਾਂ ਕੋਲ ਪਹਿਲਾਂ। ਅੱਜ ਕੱਲ੍ਹ ਆਪਣੇ ਕੋਲ ਮੋਟਰਾਂ ਨੇ, ਸੁੱਚ ਛੱਡਦੇ ਆ, ਬਾਲਟੀ ਮਿੰਟੋ ਮਿੰਟ ਭਰ ਜਾਂਦੀ ਆ। ਬਟ ਪਹਿਲਾਂ ਕੀ ਹੁੰਦਾ ਸੀ, ਪਿੰਡ ਤੋਂ ਬਾਹਰ ਜਾਂ ਪਿੰਡ ਦੇ ਨੇੜੇ ਖੂਹ ਹੁੰਦਾ ਸੀ, ਉੱਥੋਂ ਸਾਰਾ ਪਿੰਡ ਪਾਣੀ ਭਰਦਾ ਹੁੰਦਾ ਸੀ। ਕਾਹਦੇ ਵਿੱਚ ਭਰਦਾ ਹੁੰਦਾ ਸੀ? ਉਹ ਪਏ ਆ
ਕਾਚ ਭਰਦਾ ਹੁੰਦਾ ਸੀ ਪਾਣੀ ਘੜਿਆਂ ਦੇ ਵਿੱਚ। ਘੜੇ ਲੈ ਕੇ ਪਿੰਡ ਦੀਆਂ ਲੇਡੀਜ਼, ਪਿੰਡ ਦੀਆਂ ਔਰਤਾਂ ਜਾਂਦੀਆਂ ਹੁੰਦੀਆਂ ਸੀ ਖੂਹਾਂ ਦੇ ਇਕੱਠੇ ਹੋ ਕੇ, ਜੋ ਵੀ ਉਹਨਾਂ ਦੀ ਟਾਈਮਿੰਗ ਹੁੰਦੀ ਸੀ ਉੱਥੇ ਜਾ ਕੇ ਉਹਨਾਂ ਨੇ ਖੂਹ ਦੇ ਵਿੱਚੋਂ ਪਾਣੀ ਭਰਨਾ ਤੇ ਵਾਪਸ ਆਪਣੇ ਘਰਾਂ ਨੂੰ ਆਉਣਾ। ਠੀਕ ਹੈ ਜੀ, ਇਹ ਤਾਂ ਹੋ ਗਿਆ ਖੂਹ। ਤੇ ਇਹਨੂੰ ਡੋਲਣ ਕਹਿੰਦੇ ਹੁੰਦੇ ਸੀ। ਠੀਕ ਹੈ ਜੀ। ਮੌਣ, ਕਿਉਂਕਿ ਇਹ ਚੀਜ਼ਾਂ ਆਪਣੇ ਸੱਭਿਆਚਾਰ ਦੇ ਵਿੱਚੋਂ ਸਮਾਪਤ ਹੁੰਦੀਆਂ ਜਾ ਰਹੀਆਂ, ਖਤਮ ਹੁੰਦੀਆਂ ਜਾ ਰਹੀਆਂ। ਇਸ ਲਈ ਸਾਡਾ ਜਿਹੜਾ ਅੱਜ ਛੋਟਾ ਜਿਹਾ ਮਕਸਦ ਇਹ ਹੈਗਾ, ਤੁਸੀਂ ਅੱਜ ਛੋਟੇ ਛੋਟੇ ਹੋ, ਤੁਹਾਨੂੰ ਅੱਜ ਅਸੀਂ ਇਹਨਾਂ ਚੀਜ਼ਾਂ ਬਾਰੇ ਨੌਲੇਜ ਦੇਣੀ ਆ। ਜਿਸ ਤਰ੍ਹਾਂ ਤੀਆਂ ਦਾ ਤਿਉਹਾਰ ਤਾਂ ਹਰ ਕੋਈ ਮਨਾ ਲੈਂਦਾ, ਬਟ ਇਹ ਨਹੀਂ ਕਹਿੰਦਾ ਡੀਜੇ ਤੇ ਨੱਚ ਗਾ ਕੇ ਤੀਆਂ ਦਾ ਤਿਉਹਾਰ ਅੱਜ ਸੀਮਿਤ ਹੋ ਗਿਆ। ਬਟ ਤੀਆਂ ਇਹ ਨਹੀਂ ਸੀ ਹੁੰਦੀਆਂ। ਤੀਆਂ ਦੇ ਤਿਉਹਾਰ ਵੱਲੀ ਜੇ ਆਪਾਂ ਸਰਚ ਕਰੀਏ, ਨੈਟ ਤੋਂ ਹੀ ਸਰਚ ਮਾਰ ਦਿਓ, ਹੋਰ ਤਾਂ ਕੋਈ ਆਪਣੇ ਕੋਲ ਬੁੱਕਸ ਪੜ੍ਹਨ ਦਾ ਵੀ ਟਾਈਮ ਹੈ ਨਹੀਂ ਗਾ। ਲੋਕਾਂ ਦੇ ਵਿੱਚ ਰੁਝੇਵੇਂ ਹੀ ਇੰਨੇ ਆ ਕਿ ਕਿਤਾਬਾਂ ਪੜ੍ਹਨ ਦਾ ਸ਼ੌਂਕ ਵੀ ਬਹੁਤ ਘਟਦਾ ਜਾ ਰਿਹਾ, ਬਟ ਕਿਤਾਬਾਂ ਆਪਾਂ ਨੂੰ ਪੜ੍ਹਨੀਆਂ ਚਾਹੀਦੀਆਂ। ਹਾਂਜੀ, ਇਹ ਹੁੰਦਾ ਸੀ ਖੂਹ। ਇਸੇ ਤਰ੍ਹਾਂ ਆ ਕੀ ਆ? ਹਾਂਜੀ ਦੱਸੋ। ਚੁੱਲ੍ਹਾ। ਚੁੱਲ੍ਹੇ ਦੇ ਨਾਲ ਕੀ ਆ? ਹਾਂਜੀ ਦੱਸੋ। ਚੌਂਤਰਾ। ਹਾਂਜੀ, ਕੋਈ ਟੀਚਰ ਦੱਸੋ। ਹਾਂਜੀ कंदोली सर। ਸਰ ਕੰਦੋਲੀ नहीं सर। ਹਾਂਜੀ ਦੱਸੋ। ਚੁੱਲ੍ਹੇ ਦੇ ਨਾਲ ਕੀ ਆ? ਤਾਂ ਚੁੱਲ੍ਹਾ ਹੈਗਾ। ਠੀਕ ਹੈ ਜੀ। ਜਿਹੜਾ ਸਾਈਡ ਤੇ ਆ ਜਾਂ ਓਟਾ ਕਹਿ ਦਿੰਦੇ ਸੀ ਪਹਿਲਾਂ ਬਜ਼ੁਰਗ ਆਪਣੇ, ਜਾਂ ਕੰਦੋਲੀ ਸਰ। ਹਾਂਜੀ ਸਰ ਦੱਸੋ। ਰਿਸਪੈਕਟਡ ਸਰ, ਇਹ ਸਾਡਾ ਇੱਕ ਰਸੋਈ ਸੀ ਚੁੱਲ੍ਹੇ ਦੇ ਦੁਆਲੇ, ਜਿਹਨੂੰ ਅਸੀਂ ਕੰਧੋਲੀ ਵੀ ਕਹਿ ਦਿੰਦੇ ਸੀ, ਓਟਾ ਵੀ ਕਹਿ ਦਿੰਦੇ ਆ ਤੇ ਚੌਂਤਰਾ ਵੀ ਕਹਿ ਦਿੰਦੇ ਆ। ਇਹ ਇੱਕ ਚੁੱਲ੍ਹੇ ਦਾ ਪਰਦਾ ਵੀ ਸੀਗਾ ਵੀ ਜੇ ਜੋ ਵੀ ਚੁੱਲ੍ਹੇ ਦੀ ਚੀਜ਼ ਪੱਕਦੀ ਆ ਉਹ ਕਿਸੇ ਨੂੰ ਪਤਾ ਨਾ ਲੱਗੇ। ਇਹ ਪੰਜਾਬੀ ਦੀ ਆਮ ਕਹਾਵਤ ਆ ਕਿ ਭੋਜਨ ਭਜਨ ਤੇ ਨਾਰੀ ਤਿੰਨੇ ਪਰਦੇ ਦੇ ਅਧਿਕਾਰੀ। ਇਹ ਪਰਦੇ ਦੇ ਵਿੱਚ ਹੀ ਸੋਹਣੀਆਂ ਲੱਗਦੀਆਂ, ਜਦੋਂ ਅਸੀਂ ਚੁੱਲ੍ਹੇ ਨੂੰ ਇਕੱਲਾ ਰੱਖਦੇ ਦਾ ਭੜਾ ਲੱਗਦਾ ਨਾ। ਇਸ ਲਈ ਬੱਚੇ ਇਹ ਓਟਾ ਵੀ ਆ, ਚੌਂਤਰਾ ਵੀ ਆ, ਤੇ ਇੱਕ ਸਾਡੀ ਨਿੱਕੀ ਰਸੋਈ ਵੀ ਆ, ਇਹ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਆ। ਪਰ ਅੱਜ ਇਹ ਵਿਰਸਾ ਲੋਪ ਹੁੰਦਾ ਜਾ ਰਿਹਾ। ਡਾਈਨਿੰਗ ਟੇਬਲ ਬਣ ਗਏ, ਸਾਡੇ ਏਸੀ ਲੱਗ ਗਏ, ਇਹ ਚੀਜ਼ਾਂ ਖਤਮ ਹੋ ਗਈਆਂ। ਹਾਂਜੀ, ਇਹਨੂੰ ਜੇ ਸਿੰਪਲ ਸ਼ਬਦਾਂ 'ਚ ਆਪਾਂ ਕਹੀਏ ਚੁੱਲ੍ਹਾ ਚੌਂਕਾ, ਕਹਿੰਦੇ ਹੁੰਦੇ ਚੁੱਲ੍ਹਾ ਚੌਂਕੇ ਦਾ ਕੰਮ ਕਰ ਦਈਏ। ਤੇ ਸਾਰਿਆਂ ਨੇ ਸਹੀ ਆਨਸਰ ਦਿੱਤੇ ਸੀਗੇ। ਇਹਦੇ ਬਾਅਦ ਦੇਖੋ, ਇਹਦਾ ਆਪਾਂ ਚਲੋ ਜਗ੍ਹਾ ਦੀ ਘਾਟ ਕਾਰਨ ਜਾਂ ਜਿਵੇਂ ਵੀ ਆਪਾਂ ਇੱਕ ਤਰ੍ਹਾਂ ਨਾਲ ਡੁਪਲੀਕੇਟ ਬਣਾਇਆ ਗਾ। ਬਟ ਜੇ ਪਹਿਲਾਂ ਵਾਲਾ ਟਾਈਮ ਆਪਾਂ ਦੇਖੀਏ, ਉਸ ਸਮੇਂ ਦੀਆਂ ਲੇਡੀਜ਼ ਹੁੰਦੀਆਂ ਸੀ, ਉਹਨਾਂ ਦਾ ਚੁੱਲ੍ਹਾ ਚੌਂਕਾ ਬਹੁਤ ਵੱਡਾ ਹੁੰਦਾ ਸੀ। ਪਰਿਵਾਰ ਦੇ ਸਾਰੇ ਮੈਂਬਰ 5-5 10-10 ਮੈਂਬਰ ਵੀ ਇਕੱਠੇ ਉਹਦੇ ਵਿੱਚ ਬੈਠ ਜਾਂਦੇ ਸੀ। ਇਹਦੇ ਨਾਲ ਹਵਾ ਵੀ ਰੁਕਦੀ ਸੀ, ਕਿਉਂਕਿ ਜੇ ਹਵਾ ਆਉਂਦੀ ਕਈ ਅੱਗ ਇੱਧਰਲੀ ਹਵਾ ਆਉਂਦੀ ਤਾਂ ਅੱਗ ਬੁਝਣ ਦਾ ਵੀ ਡਰ ਹੁੰਦਾ ਸੀ। ਇਸ ਲਈ ਇਹ ਚੁੱਲ੍ਹਾ ਚੌਂਕਾ ਕੀ ਕਹਿੰਦੇ ਸੀ ਇਹਨੂੰ? ਉੱਚੀ ਬੋਲੋ। ਓਕੇ, ਵੈਰੀ ਗੁੱਡ। ਹਾਂਜੀ, ਹੁਣ ਆਪਾਂ ਉੱਧਰਲੀਆਂ ਚੀਜ਼ਾਂ ਵੱਲ ਜਾਂਦੇ ਹਾਂ। ਹਾਂਜੀ, ਆ ਕੀ ਸੀ? ਵੈਰੀ ਗੁੱਡ। ਕੀ ਸੀ ਇਹ? ਠੀਕ ਹੈ ਜੀ। ਤੇ ਹਾਂਜੀ, ਇਹ ਵਾਲੀ ਦੱਸੋ। ਹਾਂਜੀ, ਮਟਕਾ। ਇਹ ਹੁੰਦੀ ਪਤੀਲਾ। ਆਵੇ ਗਾਗਰ ਜੀ, ਗਾਗਰ। ਹਾਂਜੀ, ਇਹ ਗਾਗਰ ਪਾਣੀ ਭਰਿਆ ਜਾਂਦਾ ਸੀ ਪਿੱਤਲ ਦੀ। ਠੀਕ ਹੈ, ਜਿਹੜੀ ਕਿ ਅਲੋਪ ਹੁੰਦੀ ਜਾ ਰਹੀ ਆ। ਚਰਖਾ, ਗਾਗਰ ਤੇ ਸਭ ਤੋਂ ਵੱਡੀ ਆ ਦੱਸੋ ਕੀ ਸੀ? ਲਾਲਟੈਨ। ਹਾਂਜੀ, ਵੈਰੀ ਗੁੱਡ, ਲਾਲਟੈਨ। ਉਸ ਸਮੇਂ ਲਾਈਟ ਦਾ ਪ੍ਰਬੰਧ ਬਿਲਕੁਲ ਨਹੀਂ ਸੀ ਹੁੰਦਾ। ਠੀਕ ਹੈ, ਤੇ ਜਿਹੜੇ 1940 50 60 ਦੇ ਬੌਰਨ ਨੇ, ਉਹਨਾਂ ਨੇ ਇਹਦੇ ਵਿੱਚ ਹੀ ਆਪਣੀਆਂ ਪੜ੍ਹਾਈਆਂ ਕੀਤੀਆਂ ਨੇ। ਸਾਰੀ ਰਾਤ ਲਾਲਟੈਨ ਦੇ ਚਾਨਣ ਵਿੱਚ ਹੀ ਪੜ੍ਹੇ ਨੇ। ਕੋਈ ਲਾਈਟ ਨਹੀਂ ਸੀ, ਕੋਈ ਏਸੀ ਨਹੀਂ ਸੀ, ਕੋਈ ਪੱਖਾ ਨਹੀਂ ਸੀ। ਠੀਕ ਆ, ਇਸ ਤੋਂ ਅੱਗੇ ਆਓ ਸਰ। ਅੱਗੇ ਛਾਬਾਂਆਂ ਦੇ ਵਿੱਚ ਰੋਟੀਆਂ ਰੱਖੀਆਂ ਜਾਂਦੀਆਂ ਸੀ, ਜਾਂ ਕੋਈ ਹੋਰ ਕੋਈ ਚੀਜ਼ ਖਾਣ ਪੀਣ ਵਾਲੀ, ਤਾਂ ਕਿ ਕੋਈ ਜਾਨਵਰ ਨੂੰ ਮੂੰਹ ਨਾ ਲਾ ਜੇ, ਜਿਹਦੇ ਕਰਕੇ ਉਹ ਢੱਕ ਕੇ ਵੀ ਰੱਖਿਆ ਜਾਂਦਾ।
ਨੈਕਸਟ ਹੈਗਾ ਹਾਂਜੀ ਇਸ ਤੋਂ ਅੱਗੇ ਹਾਰਾ। ਆਂਟੀ ਨੂੰ ਮੈਂ ਰਿਕਵੈਸਟ ਕਰੂੰਗੀ, ਤੁਹਾਨੂੰ ਬਹੁਤ ਵੱਧ ਨੌਲੇਜ ਆ, ਤੁਸੀਂ ਪਲੀਜ਼ ਸਾਡੇ ਨਾਲ ਆਓ। ਰਸਪਾਲ ਆਂਟੀ ਆਓ ਤੁਸੀਂ। ਇਹਨਾਂ ਆਂਟੀ ਦੇ ਨਾਂ ਦੇ ਇੱਕ ਵਾਰੀ ਤਾੜੀ ਲਗਾ ਦਿਓ ਜ਼ਰੂਰ, ਉੱਚੀ ਇਹਨੇ ਸੁਣਨੀ ਚਾਹੀਦੀ ਆ। ਆਂਟੀ ਨੂੰ ਮੈਂ ਮਾਈਕ ਦਊਂਗਾ ਤੇ ਆਂਟੀ ਜ਼ਰੂਰ ਤੁਸੀਂ ਇਹਨਾਂ ਚੀਜ਼ਾਂ ਬਾਰੇ ਥੋੜਾ ਜਿਹਾ ਕਰਕੇ ਦੱਸ ਦਿਓ। ਹਾਂਜੀ ਆਂਟੀ ਇਹਦੇ ਬਾਰੇ ਦੱਸੋ ਜੀ। ਬੋਲਦੇ ਪੁੱਤ ਹਾਰੀ, ਦਾਲ ਧਰਨ ਵਾਲੀ ਹਾਰੀ। ਕੀ ਬੋਲਦੇ ਆ? ਹਾਰੀ ਬੋਲਦੇ ਆ ਹਾਰੀ। ਅੱਗੇ ਬੁੜੀਆਂ ਕੁੱਜੇ 'ਚ ਦਾਲ ਪਾ ਕੇ ਨਾ ਇਹਦੇ ਵਿੱਚ ਧਰਦੀਆਂ ਹੁੰਦੀਆਂ ਸੀ, ਬਹੁਤ ਪਾਥੀਆਂ ਪਾ ਕੇ। ਉਸ ਤੋਂ ਅੱਗੇ ਆ ਗਿਆ ਹੱਥਾ, ਇਹਦੇ ਬਾਰੇ ਦੱਸੋ ਆਂਟੀ। ਬਹੁਤ ਅੱਗੇ ਨਾ ਬੁੜੀਆਂ ਦਰੀਆਂ ਬੁਣਦੀਆਂ ਹੁੰਦੀਆਂ ਸੀ, ਆਪਾਂ ਦਰੀਆਂ ਵਿਛਾਉਣੇ ਆ ਨਾ, ਇਹਨਾਂ ਹੱਥਾਂ ਨਾਲ ਬੁੜੀਆਂ ਦਰੀਆਂ ਬੁਣਦੀਆਂ ਹੁੰਦੀਆਂ ਸੀ। ਦਰੀਆਂ ਪਤਾ? ਦਰੀਆਂ ਦਾ ਪਤਾ ਹੋਣੀਆਂ, ਬਟ ਅੱਜ ਕੱਲ੍ਹ ਬੈੱਡ ਤੇ ਗੱਦੇ ਹੈਗੇ ਪੈ ਜਾਂਦੇ ਆ ਬਸ, ਚਾਹੇ ਗਰਮੀ ਆ ਚਾਹੇ ਸਿਆਲ ਆ, ਹੈ ਨਾ। ਦਰੀਆਂ ਪਤਾ ਬੱਚਿਓ? ਦਰੀਆਂ ਕੀ ਹੁੰਦੀਆਂ? ਹਾਂਜੀ ਮੰਜੇ ਤੇ ਵਸਾਉਣ ਵਾਲੀਆਂ। ਹਾਂਜੀ ਆਂਟੀ ਆ ਗਈ ਅੱਗੇ ਉਲੀ, ਇਹਦੇ ਬਾਰੇ ਦੱਸੋ ਜੀ। ਬਹੁਤ ਅੱਗੇ ਬੁੜੀਆਂ ਤਾਣੀ ਬੁਣਦੀਆਂ ਹੁੰਦੀਆਂ ਸੀ ਨਾ, ਤਾਣੀ, ਤੇ ਇਹਦੇ ਤੇ ਸੂਤ ਦੀ ਅੱਟੀ ਚੜਾ ਕੇ ਫੇਰ ਬੁੜੀਆਂ ਸੱਖਣੀਆਂ ਵੱਟਦੀਆਂ ਹੁੰਦੀਆਂ ਸੀ, ਫੇਰ ਤਾਣੀ ਦੇ ਵਿੱਚ ਪਗਾਉਂਦੀਆਂ ਸੀ। ਇਹਨੂੰ ਬੋਲਦੇ ਆ ਉਰੀ। ਕੀ ਬੋਲਦੇ ਆ? ਹਾਂ ਉਰੀ ਬੋਲਦੇ ਆ ਪੁੱਤ, ਨੂਰੀ। ਹਾਂਜੀ ਹਾਂਜੀ ਅੱਗੇ ਆ ਗਈ ਚੱਕੀ। ਹਾਂਜੀ ਅੱਜ ਕੱਲ੍ਹ ਆਟਾ ਪਿਹਾਉਣ ਜਾਂਦੇ ਹੋ ਆਪਣੇ, ਤੁਸੀਂ ਫਾਦਰ ਨਾਲ, ਪਾਪਾ ਨਾਲ, ਡੈਡੀ ਨਾਲ ਜਾਂਦੇ ਹੋਵੋਗੇ, ਚੱਕੀ ਤੇ ਜਾਂਦੇ ਹੁੰਦੇ ਹੋ। ਉਹਨਾਂ ਕੋਲ ਆਹ ਚੱਕੀ ਹੁੰਦੀ ਆ। ਇਹ ਚੱਕੀ ਦੇਖੋ ਕਿੰਨੀ ਮਜ਼ਬੂਤ ਹੁੰਦੀ ਸੀ, ਤੇ ਲੇਡੀਜ਼ ਉਸ ਸਮੇਂ ਕਿੰਨੀਆਂ ਸਟਰੋਂਗ ਹੁੰਦੀਆਂ ਸੀ। ਜਿਹਨੇ ਇਹ ਚੱਕੀ ਚਲਾ ਲਈ ਸਮਝ ਲਓ ਉਹਨੂੰ ਕੋਈ ਰੋਗ ਹੀ ਨਹੀਂ। ਰੋਗ ਕਿੱਥੋਂ ਲੱਗਣਾ ਸੀ? ਜੋ ਸਾਰੀ ਵਰਜਿਸ਼ ਚੱਕੀ ਨਾਲ ਆਪਾਂ ਦਾਣੇ ਇਹਦੇ ਵਿੱਚ ਪਾਏ ਜਾਂਦੇ ਸੀ, ਤੇ ਉਹ ਦਾਣਿਆਂ ਨੂੰ ਪੀਸਿਆ ਜਾਂਦਾ। ਬੱਚੇ ਪਿੱਛੇ ਹੋ ਕੇ ਬੈਠੋ। ਬੱਚੇ ਗੋ ਟੂ ਯੂਰ ਪਲੇਸਸ। ਬੱਚਿਆਂ ਨੂੰ ਰਿਕਵੈਸਟ ਆ ਵੀ ਪਲੀਜ਼ ਥੋੜਾ ਜਿਹਾ ਬੈਕ ਹੋ ਜਾਓ। ਹਾਂਜੀ ਇਹ ਚੱਕੀ ਹੁੰਦੀ ਸੀ ਬੱਚੇ, ਇਹਦੇ ਵਿੱਚ ਦਾਣੇ ਪਾਏ ਜਾਂਦੇ ਸੀ, ਤੇ ਲੇਡੀਜ਼ ਇਹਨੂੰ ਘੁਮਾਉਂਦੀਆਂ ਸੀ। ਘੁਮਾ ਕੇ ਤੇ ਇਹਦੇ ਵਿੱਚ ਦੀ ਆਟਾ ਨਿਕਲਦਾ ਹੁੰਦਾ ਸੀ ਇੱਧਰ ਦੀ, ਜਿਹੜੇ ਕਿ ਅੱਜ ਕੱਲ ਅਲੋਪ ਹੁੰਦੀਆਂ ਜਾ ਰਹੀਆਂ। ਹਾਂਜੀ ਉਸ ਤੋਂ ਅੱਗੇ ਪਿੱਤਲ ਦੇ ਭਾਂਡੇ ਪਏ ਨੇਗੇ ਆਪਣੇ ਕੋਲ। ਅੱਜ ਕੱਲ ਕਿਹੜੇ ਆ? ਸਟੀਲ ਦੇ ਭਾਂਡੇ ਚੱਲਦੇ ਆ ਨਾ ਹੁਣ, ਬਟ ਇਹ ਪਿੱਤਲ ਦੇ ਭਾਂਡੇ ਸੀ। ਠੀਕ ਆ। ਉਸ ਤੋਂ ਅੱਗੇ ਆ ਗਿਆ ਛੱਜ। ਆਂਟੀ ਆ ਜਾਓ ਨਾਲ। ਹਾਂਜੀ ਛੱਜ ਬਾਰੇ ਦੱਸੋ ਆਂਟੀ ਜ਼ਰੂਰ। ਪੁੱਤ ਛੱਜ ਅੱਗੇ ਨਾ ਹੁਣ ਪੀਹਣ ਕਰਦੀਆਂ ਹੁੰਦੀਆਂ ਸੀ ਬੁੜੀਆਂ, ਹੁਣ ਤਾਂ ਪੱਖਿਆਂ ਨਾਲ ਡਾ ਦਿੰਦੇ ਆ। ਕਣਕਾਂ ਪੱਖਿਆਂ ਮੂਹਰੇ ਕਰਕੇ ਨਾ ਪੱਖਿਆਂ ਨਾਲ ਡਾ ਦਿੰਦੇ ਆ। ਅੱਗੇ ਬੁੜੀਆਂ ਛੱਜ ਨਾਲ ਪੀਹਣ ਕਰਦੀਆਂ, ਤਾਂ ਫੇਰ ਚੱਕੀ ਤੋਂ ਆਟਾ ਪਿਹਾ ਕੇ ਲਿਆਉਂਦੇ। ਤੇ ਹੁਣ ਕੀ ਕਰਦੇ ਆ? ਹੁਣ ਪੱਖੇ ਨਾਲ ਕਣਕਾਂ ਡਾ ਕੇ ਬੋਰੀਆਂ 'ਚ ਪਾ ਕੇ ਤੇ ਚੱਕੀ ਤੇ ਸਿੱਟੇ ਆਉਂਦੇ। ਹਾਂਜੀ ਅੱਜ ਕੱਲ ਦਾ ਛੱਜ ਮੇਲਾ ਦਾ ਡੀਜੇ ਤੇ ਜਦੋਂ ਨਾਟਕਾ ਮੇਲਾ ਆਉਂਦਾ, ਇਹਨੂੰ ਤੋੜਨ ਦੀ ਕੰਮ ਆਉਂਦਾ ਗਾ। ਉਹ ਵੀ ਸਾਰੇ ਪਿੰਡ ਦੇ ਵਿੱਚੋਂ ਲੱਭ ਕੇ ਲਿਆਉਣੇ ਵੀ ਛੱਜ ਲੈ ਆਈਏ। ਸੱਜ ਜੇ ਪੁੱਛੀਏ ਕਾਹਦੇ ਵਾਸਤੇ, ਪਹਿਲਾਂ ਲੋਕ ਮੰਗਦੇ ਸੀ ਕਿ ਜੀ ਅਸੀਂ ਕਣਕ ਸਾਫ਼ ਕਰਨੀ ਆ, ਪਰ ਅੱਜ ਕੱਲ ਕੀ ਆ, ਅਸੀਂ ਜੀ ਭੰਨਣਾ। ਨਾਨਕਾ ਮੇਲ ਆਉਣਾ, ਨਾਨਕੇ ਵਾਲੇ ਵੀ ਲੈ ਕੇ ਨਹੀਂ ਉਹਦੇ ਛੱਜ, ਉਹਦੇ ਪਿੰਡੋਂ ਹੀ ਮੰਗਣੇ ਪੈਂਦੇ ਆ। ਇਸ ਲਈ ਅੱਜ ਕੱਲ ਦਾ ਵਿਚਾਰਾ ਇਹ ਕੁੱਟਣ ਦੀ ਕੰਮ ਆਉਂਦਾ ਗਾ। ਹਾਂਜੀ ਉਸ ਤੋਂ ਬਾਅਦ ਥੋੜਾ ਜਿਹਾ ਅੱਗੇ ਆ ਕੇ ਜੇ ਆਪਾਂ 70 80 90 ਦੇ ਦਹਾਕੇ ਵਿੱਚ ਪਹੁੰਚੀਏ ਤਾਂ ਸਾਇੰਸ ਨੇ ਹੋਰ ਕਾਢ ਕੱਢੀ। ਉਸ ਤੋਂ ਬਾਅਦ ਡੈਕ ਆਏ। ਠੀਕ ਹੈ, ਡੈਕ ਬਾਰੇ ਤਾਂ ਸਾਰਿਆਂ ਨੂੰ ਸ਼ਾਇਦ ਪਤਾ ਹੀ ਹੋਊਗਾ, ਜੇ ਨਹੀਂ ਵੀ ਪਤਾ ਤਾਂ ਤੁਹਾਡੇ ਫਾਦਰ ਨੂੰ ਤਾਂ ਜ਼ਰੂਰ ਪਤਾ ਹੋਊਗਾ ਇਹ ਚੀਜ਼ ਬਾਰੇ। ਠੀਕ ਹੈ, ਅੱਜ ਕੱਲ ਕੀ ਚੱਲਦੀਆਂ? ਪੈਨ ਡਰਾਈਵਸ। ਕੀ ਚੱਲਦੀਆਂ? ਜੇ ਡੈਕ ਤੋਂ ਪਹਿਲਾਂ ਦੀ ਵੀ ਗੱਲ ਕਰੀਏ ਆਪਾਂ, ਉਸ ਤੋਂ ਪਹਿਲਾਂ 50 60 ਦੇ ਦਹਾਕੇ ਦੀ ਗੱਲ ਕਰੀਏ ਤਾਂ ਇਹ ਐਡੇ ਐਡੇ ਤਵੇ ਹੁੰਦੇ ਸੀ, ਇਹਨੂੰ ਗ੍ਰਾਮੋਫੋਨ ਕਿਹਾ ਜਾਂਦਾ ਸੀ। ਕੀ ਕਿਹਾ ਜਾਂਦਾ ਸੀ? ਬੱਚਿਓ ਇਹਦਾ ਧਿਆਨ ਦਿਓ, ਸਾਨੂੰ ਇਹ ਇਕੱਠੇ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗੀ ਆ। ਇਹ ਆਏ ਨਹੀਂ ਅਸੀਂ ਵੀ ਉਹੀ ਚੱਕ ਲਿਆਂਦੇ, ਇਹਦੇ ਤੇ ਮਿਹਨਤ ਵੀ ਲੱਗੀ ਆ, ਪੈਸਾ ਵੀ ਲੱਗਿਆ ਇਕੱਠਾ ਕਰਨ ਤੇ।
ਇਸ ਲਈ ਇਹ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਹੀ ਇਕੱਠੀਆਂ ਕੀਤੀਆਂ ਨੇ ਇਹ ਚੀਜ਼ਾਂ ਜਿਹੜੀਆਂ ਕਿ ਅਲੋਪ ਹੁੰਦੀਆਂ ਜਾ ਰਹੀਆਂ। ਹਾਂਜੀ, ਇਹਦੀ ਜੇ ਆਪਾਂ ਆ ਦੇਖੀਏ ਤਵਾ ਏਡਾ ਹੁੰਦਾ ਸੀ, ਆ ਦੇਖੋ ਇਹ 'ਚ ਕੁਲਦੀਪ ਮਾਣਕ ਦੀਆਂ ਕਲੀਆਂ, ਠੀਕ ਹੈ ਜੀ, ਉਹ ਅਕਸਰ ਵੱਜਦੀਆਂ ਹੁੰਦੀਆਂ ਸੀ। ਐਡਾ ਤਵਾ ਹੁੰਦਾ ਸੀਗਾ, ਦਿਸਦਾ ਸਾਰਿਆਂ ਨੂੰ? ਇਹ ਘੁੰਮਦਾ ਹੁੰਦਾ ਸੀ, ਇਹਨੂੰ ਮਸ਼ੀਨ ਤੇ ਰੱਖ ਦਿੰਦੇ ਤੇ ਇਹਨੇ ਘੁੰਮਣਾ ਆ ਉੱਤੇ ਲਾ ਕੇ, ਇਹਦੇ ਵਿੱਚੋਂ ਆਵਾਜ਼ ਵਾਲੀ ਗੀਤ ਚੱਲਦੇ ਹੁੰਦੇ। ਤੁਸੀਂ ਸ਼ਾਇਦ ਪੁਰਾਣੀਆਂ ਫਿਲਮਾਂ ਦੇ ਵਿੱਚ ਇਹਨੂੰ ਦੇਖਿਆ ਹੋਊਗਾ। ਇਹਨੂੰ ਗ੍ਰਾਮੋਫੋਨ ਕਹਿੰਦੇ ਸੀ। ਕੀ ਕਹਿੰਦੇ ਸੀ ਇਹਨੂੰ? ਹਾਂਜੀ। ਉਸ ਤੋਂ ਬਾਅਦ ਗ੍ਰਾਮੋਫੋਨ ਤੋਂ ਬਾਅਦ ਆਪਾਂ ਆਉਣੇ ਆ ਡੈਕ ਵਾਲੇ। 90 85 80 90 ਦੇ ਦਹਾਕੇ ਦੇ ਦੌਰਾਨ ਸਾਇੰਸ ਨੇ ਤਰੱਕੀ ਕੀਤੀ। ਆਪਣੇ ਕੋਲ ਇਦਾਂ ਦੀਆਂ ਕੈਸਟਾਂ, ਆ ਦੇਖੋ ਜੀ ਕੈਸਟਾਂ, ਦੇਖਿਆ ਕੈਸਟਾਂ? ਇਹ ਘਰ ਪਈਆਂ ਹੋਣੀਆਂ, ਤੁਹਾਡੇ ਫਾਦਰ ਦੇ ਸੌਂਦੇ ਹੋਣਗੇ, ਦੇਖਿਆ ਨੇ ਨਾ? ਪਰ ਕਈਆਂ ਨੇ ਬਹੁਤ ਨਹੀਂ ਦੇਖਿਆ ਹੋਣਗੀਆਂ। ਜਦੋਂ ਤੁਸੀਂ ਵੱਡੇ ਹੋਵੋਗੇ ਇਹ ਬਿਲਕੁਲ ਅਲੋਪ ਹੋ ਜਾਣਗੀਆਂ, ਠੀਕ ਆ? ਇਹਨੂੰ ਕੈਸਟ ਕਹਿੰਦੇ ਸੀ। ਇਹ ਡੈਕ ਦੇ ਵਿੱਚ ਪੈਂਦੀ ਸੀ, ਇਦਾਂ ਕਰਕੇ ਤੇ ਇਦਾਂ ਕਰਕੇ ਪਲੇ ਵਾਲਾ ਬਟਨ ਤੇ ਚੱਲ ਪੈਂਦੀ ਸੀ। 4 ਗੀਤ ਇੱਕ ਸਾਈਡ ਹੁੰਦੇ ਸੀ, 4 ਗੀਤ ਦੂਸਰੀ ਸਾਈਡ, ਤੇ 4 ਜਾਂ 5 ਗੀਤ ਖਤਮ ਹੋ ਜਾਣੇ, ਇਹਨੂੰ ਦੁਬਾਰਾ ਫੇਰ ਕੱਢਣਾ ਪੈਂਦਾ ਸੀ। ਫੇਰ ਇਹਦਾ ਇਦਾਂ ਕਰਕੇ ਪਾਸਾ ਬਦਲਣਾ ਪੈਂਦਾ ਸੀ, ਸਾਈਡ ਬਦਲਣੀ ਪੈਂਦੀ ਸੀ, ਇਹ ਦੂਸਰੀ ਸਾਈਡ ਇਹ ਘੁੰਮਦਾ ਸੀ। ਠੀਕ ਹੈ ਜੀ, ਪਤਾ ਚੱਲ ਗਿਆ ਡੈਕ ਬਾਰੇ? ਹਾਂਜੀ। ਡੈਕ ਦੇ ਨਾਲ ਨਾਲ ਇੱਕ ਹੋਰ ਕਾਰਡ ਜਿਹੜੀ ਆਈ ਸੀਗੀ 90 ਦੇ ਦਹਾਕੇ ਦੇ ਵਿੱਚ। ਜੇ ਆਪਣੇ ਪਿੰਡਾਂ ਦੀ ਗੱਲ ਕਰੀਏ, ਸ਼ਹਿਰਾਂ ਦੇ ਵਿੱਚ ਤਾਂ ਬਹੁਤ ਪਹਿਲਾਂ ਆ ਚੁੱਕੀ ਸੀ ਇਹ ਚੀਜ਼, ਬਟ 85 ਤੋਂ ਲੈ ਕੇ 90 2000 ਤੱਕ ਵੀ ਇਹ ਚੱਲੇ। ਇਹਨੂੰ ਕਹਿੰਦੇ ਸੀ VCR। ਕੀ ਕਹਿੰਦੇ ਸੀ ਇਹਨੂੰ? VCR। ਤੇ ਇਹ ਇਦਾਂ ਦੀ ਜਿਹੜੀ ਕੈਸੇਟ ਹੁੰਦੀ ਸੀ, ਬੱਚੇ ਦੇਖ ਰਹੀ ਆ? ਇਹ ਬੱਚੇ ਕਿਰਾਏ ਤੇ ਲੈ ਕੇ ਆਉਂਦੇ ਹੁੰਦੇ ਸੀ, ਕਿਉਂਕਿ ਮਹਿੰਗਾ ਬਹੁਤ ਹੁੰਦਾ ਸੀ। ਇਹ ਕਿਰਾਏ ਤੇ ਲੈ ਕੇ ਆਉਂਦੇ ਹੁੰਦੇ ਸੀ ਸਾਰੇ। ਜਦੋਂ ਕਿਸੇ ਦੀ ਵਿਆਹ ਦੀ ਮੂਵੀ ਹੁੰਦੀ, ਮੈਰਿਜ ਹੁੰਦੀ, ਤਾਂ ਵਿਆਹ ਦੀ ਮੂਵੀ ਇਦਾਂ ਦੀ ਬਣਦੀ ਹੁੰਦੀ ਸੀ। ਅੱਜ ਕੱਲ੍ਹ ਆਪਾਂ ਕੀ ਕਰਦੇ ਵਾ, ਚਿੱਪ ਦੇ ਵਿੱਚ ਪੈਨ ਡਰਾਈਵ 'ਚ ਭਰਾ ਲਿਆਉਂਦੇ ਆ ਸਾਰਾ ਕੁਝ, ਬਟ ਉਦੋਂ ਇਹਦੇ ਵਿੱਚ ਭਰਿਆ ਜਾਂਦਾ ਸੀ ਸਾਰਾ ਕੁਝ। ਤੇ ਇਹਨੂੰ ਜਿਹਦੇ ਘਰੇ ਵਿਆਹ ਦੀ ਮੂਵੀ ਲੱਗਣੀ ਹੁੰਦੀ ਤਾਂ 10 ਤੋਂ 15 20 25 ਪਤਾ ਨਹੀਂ ਕਿੰਨੇ ਘਰਾਂ ਨੂੰ ਇਨਵੀਟੇਸ਼ਨ ਪਹੁੰਚ ਜਾਂਦਾ। ਅੱਜ ਜੀ ਉਹਨਾਂ ਦੇ ਵਿਆਹ ਦੀ ਮੂਵੀ ਲੱਗਣੀ ਆ ਤੇ ਜ਼ਰੂਰ ਪਹੁੰਚਿਓ। VCR ਲੱਗਣਾ, ਮੂਵੀ ਲੱਗਣੀ ਆ ਵਿਆਹ ਵਾਲੀ। ਤੇ ਨਾਲ ਵੀ ਉਹਦੇ ਗੱਗੂ ਗਿੱਲ, ਜੋਗਰਾਜ ਦੀਆਂ ਪੰਜਾਬੀ ਫਿਲਮਾਂ ਉਹ ਇਕੱਠੀਆਂ ਕਰਕੇ ਲੈ ਕੇ ਆਉਣੀ ਕਿਰਾਏ ਤੇ। ਠੀਕ ਹੈ, ਤੇ ਪਤਾ ਚੱਲ ਗਿਆ ਹੁਣ VCR ਬਾਰੇ? ਹਾਂਜੀ। ਟੀਚਰਸ ਨੂੰ ਚਲੋ ਵੈਰੀ ਗੁੱਡ। ਹਾਂਜੀ। ਉਸ ਤੋਂ ਬਾਅਦ ਇੱਕ ਘੜੀ, ਇਹ ਘੜੀ ਬਹੁਤ ਹੀ ਪੁਰਾਣੀ, ਕਿੰਨੀ ਪੁਰਾਣੀ ਆਂਟੀ ਆ ਘੜੀ? 25 ਸਾਲ ਪੁਰਾਣੀ ਘੜੀ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਸਿੱਕੇ ਵੀ ਪਏ ਆਪਣੇ ਕੋਲ, ਦਸੀਆਂ। ਪਹਿਲਾਂ ਬੱਚੇ ਜਿਵੇਂ 1 ਰੁਪਇਆ, 1 ਰੁਪਏ 'ਚ ਕਿੰਨੇ ਪੈਸੇ ਹੁੰਦੇ ਆ? ਹਾਂਜੀ, ਵੱਡੀ ਕਲਾਸ ਵਾਲੇ ਦੱਸੋ। ਹਾਂਜੀ, 100 ਪੈਸੇ ਹੈ ਨਾ, 100 ਪੈਸੇ ਹੁੰਦੇ ਆ। ਤੇ ਪੈਸੇ ਆ ਹੁੰਦੇ ਸੀ, ਆਹ ਦੇਖੋ 10 ਪੈਸੇ ਦੇਖੇ ਸੀਗੇ, ਆ 20 ਪੈਸੇ। ਇਹ ਪੈਸੇ ਜੋੜ ਕੇ ਜਦੋਂ 100 ਪੈਸਾ ਹੋ ਜਾਂਦਾ ਸੀ ਤਾਂ 1 ਰੁਪਈਆ ਬਣਦਾ ਸੀ। ਬਟ ਅੱਜ ਕੱਲ੍ਹ ਇਹ ਚੱਲਦੇ ਨਹੀਂ ਗਏ, ਇਹ ਬੰਦ ਹੋ ਗਈ। ਇਹ ਹੌਲੀ ਹੌਲੀ ਬਸ ਆਪਣੇ ਕੋਲ ਇਹਦੇ ਵਿੱਚ ਹੀ ਰਹਿ ਜਾਣਗੇ। ਜਿਨ੍ਹਾਂ ਕੋਲ ਸਾਂਭੇ ਹੋਏ ਆ ਉਹਨਾਂ ਕੋਲ ਹੀ ਰਹਿ ਜਾਣੇ ਆ, ਬਟ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਦੇ ਦਿਮਾਗ ਦੇ ਵਿੱਚੋਂ ਵੀ ਖਤਮ ਹੋ ਜਾਣੇ। ਬਟ ਆਪਾਂ ਆਪਣਾ ਸੱਭਿਆਚਾਰ ਨਹੀਂ ਭੁੱਲਣਾ, ਆਪਾਂ ਇਹਨਾਂ ਨੂੰ ਯਾਦ ਰੱਖਣਾ, ਆਪਣੇ ਜਿਹਨ 'ਚ ਯਾਦ ਰੱਖਣਾ, ਆਪਣੀਆਂ ਜੜ੍ਹਾਂ ਯਾਦ ਰੱਖਣੀਆਂ, ਆਪਣੇ ਪੁਰਖੇ ਯਾਦ ਰੱਖਣੇ ਆ। ਆਪਣੇ ਦਾਦਿਆਂ ਬਾਰੇ ਨੌਲੇਜ ਲਿਆ ਕਰੋ, ਆਪਣੇ ਪੜਦਾਦਿਆਂ ਬਾਰੇ ਨੌਲੇਜ ਲਿਆ ਕਰੋ। ਤੁਹਾਡੇ ਕੋਲ ਟਾਈਮ ਆ, ਆਪਣੇ ਮਾਂ-ਬਾਪ ਨੂੰ ਪੁੱਛੋ ਵੀ ਤੁਹਾਡੇ ਦਾਦੇ ਕਿੱਦਾਂ ਦਾ ਜੀਵਨ ਬਤੀਤ ਕਰਦੇ ਸੀ। ਤੁਹਾਡੇ ਕੋਲ ਟਾਈਮ ਆ, ਬਹੁਤ ਵਧੀਆ ਰਹਿ ਜਾਓਗੇ। ਜਿਸ ਤਰ੍ਹਾਂ ਉਸ ਤੋਂ ਅੱਗੇ ਆਉਂਦਾ ਸੀ ਜੀ ਖੂੰਡਾ। ਹਾਂਜੀ ਸਰ, ਇਹ ਹਰਦੀਪ ਸਰ ਐਕਸਪਲੇਨ ਕਰਨਗੇ, ਦੱਸੋ ਸਰ। ਬੱਚੇ ਪੁਰਾਣੇ ਸਮੇਂ 'ਚ ਸਿਕਿਉਰਿਟੀ ਗਾਰਡ ਹੁੰਦਾ ਸੀ, ਉਹ ਸਾਰੇ ਨੇ ਸਿਕਿਉਰਿਟੀ ਗਾਰਡ ਦੇਖ ਲਓ ਬਈ। ਖੂੰਡਾ ਬਾਪੂ ਦਾ, ਸਾਡੇ ਬਜ਼ੁਰਗ ਗੇਟਾਂ 'ਤੇ ਜਾ ਕੇ ਮੰਜੀ ਖੂੰਡਾ ਰੱਖ ਕੇ ਬਹਿ ਜਾਂਦੇ। ਜੇ ਕੋਈ ਕੰਮ ਵਾਲਾ ਬੰਦਾ ਉਹਨੂੰ ਅੱਗੇ ਤੋੜ ਦਿੰਦੇ, ਤੇ ਜੇ ਕੋਈ ਵਾਧੂ ਨਿਕਲਦਾ ਤਾਂ ਉਹਨੂੰ ਬਾਹਰ ਖੂੰਡੇ ਨਾਲ ਭਜਾ ਦਿੰਦੇ।
ਇਹ ਉਸ ਸਮੇਂ ਦਾ ਸਿਕਿਉਰਿਟੀ ਗਾਰਡ ਸੀ, ਸੇਫਟੀ ਸੀ, ਜਿਹਦੇ ਕੋਲੇ ਖੁੰਡਾ ਹੁੰਦਾ ਸੀ ਕੋਕਿਆਂ ਵਾਲਾ, ਉਹ ਨੇੜੇ ਛੇਤੀ ਬੰਦਾ ਲੱਗਦਾ ਨਹੀਂ ਸੀ ਕੋਈ। ਅੱਜ ਕੱਲ੍ਹ ਸਿਰਫ ਇੱਕ ਦਿਖਾਵਾ ਬਣ ਕੇ ਰਹਿ ਗਿਆ ਜੀ, ਭੰਗੜਿਆਂ 'ਚ ਵਰਤਦੇ ਆ ਜਾਂ ਬਸ ਇਹਨੇ ਕੋਕੇ ਲਗਵਾ ਕੇ ਇਹਨੇ ਛੋਣ 'ਚ ਬਣਾ ਕੇ ਘਰੇ ਰੱਖ ਰਹੇ ਆ, ਪਰ ਇਹਨਾਂ ਦੀ ਵਰਤੋਂ ਬਹੁਤ ਘੱਟ ਚੁੱਕੀ ਆ ਤੇ ਅੱਜ ਇਹ ਸਿਰਫ ਦਿਖਾਵੇ ਤੱਕ ਰਹਿ ਗਈ। ਸਮਝ ਗਏ ਬੱਚੇ? ਆ ਗਈ ਆ ਖੁੰਡਾ ਬਾਪੂ ਦਾ ਸਿਕਿਉਰਿਟੀ ਗਾਰਡ। ਹਾਂਜੀ, ਲਾਸਟ ਤੇ ਜਿਹੜਾ ਆਪਣੇ ਕੋਲ ਹੈਗਾ, ਜਿਹੜਾ ਕਿ ਲਗਭਗ ਖਤਮ ਹੀ ਹੁੰਦਾ ਜਾ ਰਿਹਾਗਾ, ਖਤਮ ਹੋ ਹੀ ਗਿਆ, ਬਹੁਤ ਹੀ ਜ਼ਿਆਦਾ ਘੱਟ ਰਹਿ ਗਿਆ ਕਿਸੇ ਦੇ ਘਰ ਦੇ ਕੋਲ ਹੋ। ਇਹਨੂੰ ਕਹਿੰਦੇ ਸੀ ਸੰਦੂਕ। ਕੀ ਕਹਿੰਦੇ ਸੀ? ਸੰਦੂਕ। ਹਾਂਜੀ, ਅੱਜ ਕੱਲ ਜਦੋਂ ਵਿਆਹ ਹੁੰਦਾ ਕਿਸੇ ਲੜਕੀ ਦਾ, ਉਹ ਆਪਣਾ ਸਮਾਨ ਲੈ ਕੇ ਆਉਂਦੇ ਆ, ਪੇਟੀਆਂ ਚੱਲਦੀਆਂ ਨੇ, ਬਟ ਹੁਣ ਪੇਟੀਆਂ ਵੀ ਖਤਮ ਹੁੰਦੀਆਂ ਜਾ ਰਹੀਆਂ। ਪਹਿਲਾਂ ਹੀ ਕਹਿ ਦਿੰਦੇ ਆ ਕਿ ਅਸੀਂ ਤਾਂ ਕਬੜ ਬਣਾ ਲਏ, ਅਸੀਂ ਤਾਂ ਇਹਦੇ ਵਿੱਚ ਸਮਾਨ ਰੱਖਣਾ ਹੁੰਦਾ। ਬਟ ਪੁਰਾਣੇ ਸਮੇਂ ਜਦੋਂ ਕਿਸੇ ਲੜਕੀ ਦਾ ਵਿਆਹ ਹੁੰਦਾ ਸੀ, ਉਹਦੀ ਮੈਰਿਜ ਹੁੰਦੀ ਸੀ, ਜਦੋਂ ਆਪਣੇ ਪੇਕੇ ਘਰ ਤੋਂ ਆਪਣੇ ਸਹੁਰੇ ਘਰ ਜਾਂਦੀ ਸੀ, ਤਾਂ ਉਹ ਇਹਦੇ ਵਿੱਚ ਆਪਣਾ ਸਮਾਨ ਪਾ ਕੇ ਲੈ ਕੇ ਜਾਂਦੀ ਸੀ। ਇਹ ਜਿਹੜਾ ਵੀ ਕਹਿੰਦੇ ਸੰਦੂਕ ਭਰ ਕੇ ਲੈ ਕੇ ਆਈ ਹੈ, ਠੀਕ ਆ। ਇਹ ਸੰਦੂਕ ਹੁੰਦਾ ਸੀਗਾ ਜੀ, ਇਹਦੇ ਵਿੱਚ ਲੇਡੀ ਆਪਣਾ ਪੇਕੇ ਘਰ ਤੋਂ ਸਹੁਰੇ ਘਰ ਜਾਣ ਵੇਲੇ, ਵਿਆਹ ਵੇਲੇ ਆਪਣਾ ਸਾਰਾ ਸਮਾਨ ਇਹਦੇ ਵਿੱਚ ਪਾ ਕੇ ਲੈ ਕੇ ਆਉਂਦੀ ਸੀ। ਹਾਂਜੀ, ਹੁਣ ਪਤਾ ਚੱਲ ਗਿਆ ਸਾਰਿਆਂ ਨੂੰ ਇਹ ਕੀ ਹੁੰਦਾ? ਸੰਦੂਕ। ਹਾਂਜੀ, ਆ ਕੀ? ਹਾਂਜੀ, ਹਲ। ਪੰਜਾਲੀ ਕਿੱਥੇ ਸਰ? ਪੰਜਾਲੀ ਉਧਰ ਪਈ ਗਈ। ਹਾਂਜੀ, ਬਲਦਾਂ ਦੀ ਗੱਲ। ਅੱਜ ਕੱਲ ਟਰੈਕਟਰ ਦੇ ਪਿੱਛੇ ਹਲ ਪਏ ਹੋਏ ਨੇ, ਵੱਡੇ ਤੋਂ ਵੱਡੇ ਹਲ ਪਾ ਰਹੇ ਨੇਗੇ। ਆ ਪੰਜਾਲੀ ਹੁੰਦੀ ਸੀ, ਬਲਦਾਂ ਦੇ ਗਲ ਵਿੱਚ ਪਾਈ ਜਾਂਦੀ, ਜਿਹੜੀ ਹਰਦੀਪ ਸਰ ਦੇ ਚੱਕੀ ਹੋਈ ਆ। ਬਲਦਾਂ ਦੇ ਗਲ ਇਹਦੇ ਵਿੱਚ ਦੀ ਕੱਢੇ ਜਾਂਦੇ ਸੀ, 2 ਬਲਦਾਂ ਦੇ ਗਲ ਇਹਦੇ ਵਿੱਚ ਦੀ ਕੱਢ ਕੇ ਇਹਨੂੰ ਪੰਜਾਲੀ ਨੂੰ ਉਹਦੇ ਗਲ ਵਿੱਚ ਪਾ ਦਿੱਤਾ ਜਾਂਦਾ ਸੀ, ਤੇ ਨਾਲ ਉਹਦੇ ਮਗਰ ਹਲ ਜਿਹੜਾ ਉਹ ਪਿਆਗਾ ਉਹ ਪਾਇਆ ਜਾਂਦਾ ਸੀ। ਹਾਂਜੀ, ਜਿਵੇਂ ਕਹਿੰਦੇ ਨਾ ਗਲ 'ਚ ਪੰਜਾਲੀ ਪੈਣੀ, ਜਦੋਂ ਬਲਦਾਂ ਦੇ ਗਲ 'ਚ ਪੰਜਾਲੀ ਪੈਣੀ, ਦੇਖੋ ਵਿਚਾਰੇ ਕਿਵੇਂ ਕੰਮ ਕਰਦੇ ਹੋਣਗੇ, ਠੀਕ ਆ। ਪਰ ਉਸ ਸਮੇਂ ਜਾਨਵਰ ਵੀ ਵਧੀਆ ਸੀ, ਜਾਨਵਰ ਵੀ ਪੂਰੇ ਤਾਕਤਵਰ ਸੀ। ਅੱਜ ਕੱਲ ਜਾਨਵਰਾਂ ਨੂੰ ਨਹੀਂ, ਅੱਜ ਉਹ ਬਿਮਾਰੀ ਲੱਗ ਗਈ ਹੈ ਨਾ, ਕੱਲ ਉਹ ਬਿਮਾਰੀ ਲੱਗ ਗਈ। ਇਹ ਬਿਮਾਰੀਆਂ ਆਪਾਂ ਹੀ ਲਗਾ ਰਹੇ ਆ ਪਸ਼ੂਆਂ ਨੂੰ। ਇਸ ਲਈ ਉਸ ਸਮੇਂ ਜਿਹੜੀ ਚੀਜ਼ ਬੰਦਾ ਖਾਂਦਾ ਸੀ, ਉਹੀ ਚੀਜ਼ ਸਾਂਝੀ ਪਸ਼ੂ ਖਾਂਦੇ, ਉਹਦੇ ਬਲਦ ਖਾਂਦੇ ਸੀ। ਹਾਂਜੀ, ਇਹ ਪੋਰ, ਇਹਦੇ ਬਾਰੇ ਦੱਸੋ ਸਰ। ਇਹ ਪੋਰ ਦੇ ਵਿੱਚ ਉੱਤੋਂ ਬੀ ਪਾ ਦਿੰਦੇ, ਥੱਲੇ ਨੂੰ ਲਾ ਦਿੰਦੇ ਜਿਸ ਤਰ੍ਹਾਂ, ਭਾਵ ਕਿ ਬਾਗਰ ਜਿਵੇਂ ਟਰੈਕਟਰ ਦੀ ਮਸ਼ੀਨ ਨਾਲ ਕਣਕ ਨਹੀਂ ਬੀਜਦੀਆਂ ਵੀ ਇੱਕ ਪਾਈਪਾਂ ਲੱਗੀਆਂ ਹੁੰਦੀਆਂ, ਉਹਦੇ ਵਿੱਚ ਪੋਰੀ ਫਿੱਟ ਕੀਤੀ ਹੁੰਦੀ ਬੱਚੇ। ਉਹ ਹੈਲੋ, ਜਿਹੜੀ ਕਣਕ ਬੀਜਣ ਵਾਲੀ ਮਸ਼ੀਨ ਹੁੰਦੀ ਉਹ 'ਚ ਪੋਰੇ ਹੀ ਬਣਾ ਕੇ ਫਿੱਟ ਕੀਤੀ ਹੁੰਦੀ ਹੈ। ਪਹਿਲਾਂ ਇੱਕ ਹੁੰਦੀ ਸੀਗੀ, ਹੁਣ 13 ਵਿੱਚ ਪੋਰਾ ਹੁੰਦੀਆਂ। ਸਮਝ ਗਏ ਬੱਚੇ? ਇਹ ਉਹਦਾ ਪੁਰਾਤਨ ਰੂਪ ਆ ਪੋਰ ਦਾ। ਸਮਝ ਗਏ ਬਈ? ਕੀ ਆ ਬੱਚੇ? ਪੋਰ ਬੱਟੇ ਜਿਹੜੀ ਬਣ ਜਾਂਦੇ ਜਦੋਂ ਬੀਜਦੇ ਕਣਕ ਆਪਾਂ, ਉਹ ਜਿਹੜੇ ਬੱਟਾਂ ਬਣਦੀਆਂ ਉਹ ਪੋਰ ਨਾਲ ਹੀ ਬਣਦੀਆਂ ਬੱਚੇ। ਕੋਈ ਵੀ ਆਪਾਂ ਮੱਕੀ ਬੀਜਦੇ ਆ, ਕਣਕ ਬੀਜਦੇ ਆ, ਤਾਂ ਇਹ ਪੋਰ ਦੁਆਰਾ ਹੀ ਬੀਜੀ ਜਾਂਦੀ ਹੈ। ਸਮਝ ਗਏ ਬੱਚੇ? ਤੇ ਨੈਕਸਟ ਆਈਡੀਆ ਰਹਿ ਗਈ ਪੀੜੀ। ਪੀੜੀ ਸ਼ਬਦ ਆਪਾਂ ਉਹ ਵੀ ਵਰਤਦੇ ਆ ਵੀ ਜੋ ਸਾਡੇ ਦਾਦੇ ਪੜਦਾਦੇ ਤੋਂ ਬਾਅਦ ਸਾਡੇ ਮਾਤਾ ਪਿਤਾ, ਫਿਰ ਅਸੀਂ ਵੀ ਇਹਦਾ ਪੀੜੀ ਚੱਲ ਪਈ ਨਾ, ਉਹ ਪੀੜੀ ਦਾ ਮਤਲਬ ਹੋਰ ਹੁੰਦਾ। ਇਹ ਪੀੜੀ ਬੈਠਣ ਦੇ ਕੰਮ ਆਉਂਦੀ ਆ, ਜੇ ਧਾਰ ਚੋਣੀ ਆ ਜਾਂ ਪਸ਼ੂਆਂ ਦਾ ਕੋਈ ਹੋਰ ਕੰਮ ਕਰਨਾ ਤਾਂ ਘਰੇ ਬੈਠਣਾ ਚੁੱਲ੍ਹੇ ਚੌਂਕੇ 'ਚ ਪੀੜੀ ਦੀ ਵਰਤੋਂ ਕੀਤੀ ਜਾਂਦੀ ਹੈ। ਸਮਝ ਗਏ ਬੱਚੇ? ਤੇ ਹਲੇ ਹੋਰ ਸਾਡੇ ਸੱਭਿਆਚਾਰ ਦੇ ਵਿੱਚ ਬਹੁਤ ਕੀਮਤੀ ਚੀਜ਼ਾਂ ਪਈਆਂ, ਪਰ ਜਿੰਨਾ ਕੁ ਐਫਰਟ ਕਰਕੇ ਸਾਨੂੰ ਸਮਾਂ ਮਿਲਿਆ, ਜਿੰਨਾ ਕੁ ਅਸੀਂ ਨੂੰ ਲੋਕਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ, ਤੇ ਬੜੀ ਮੁਸ਼ਕਲ ਦੇ ਨਾਲ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕੀਤੀਆਂ। ਤੇ ਸਾਰੇ ਬੱਚਿਆਂ ਨੂੰ, ਜਿੰਨੇ ਵੀ ਚੀਫ ਗੈਸਟ ਆਇਆ, ਜਿੰਨੇ ਵੀ ਬੱਚੇ ਆਇਆ, ਇੱਕ ਵਾਰੀ ਫੇਰ ਜਾਣ ਤੋਂ ਪਹਿਲਾਂ ਇਹਨਾਂ ਦੀ ਝਾਤ ਮਾਰਨੀ ਹੈ ਤੇ ਦੇਖਣੀ ਹੈ ਵੀ ਇਹ ਕੀ ਚੀਜ਼ ਆ। ਤੇ ਘਰੇ ਜਾ ਕੇ ਵੀ ਪੁੱਛਣਾ ਆਪਣੇ ਪੇਰੈਂਟਸ ਤੋਂ ਵੀ ਖੂਹ ਕੀ ਹੁੰਦਾ, ਮੌਣ ਕੀ ਹੁੰਦੀ ਆ, ਡੋਲ ਕੀ ਹੁੰਦੀ ਆ, ਪੰਜਾਲੀ ਕੀ ਹੁੰਦੀ ਆ, ਹਲ ਕੀ ਹੁੰਦਾ। ਤੇ ਇਸ ਤਰ੍ਹਾਂ ਦੇ ਕੁਐਸਚਨ ਜਦੋਂ ਪੁੱਛੋਗੇ ਤੁਹਾਡੇ ਪੇਰੈਂਟਸ ਵੀ ਬਹੁਤ ਖੁਸ਼ ਹੋਣਗੇ ਵੀ ਸਾਡੇ ਬੱਚੇ ਪ੍ਰਾਤਨ ਵਿਰਸੇ ਕਰਨ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਮਿਹਨਤ ਦਾ ਸਾਹਮਣਾ ਕਰਨਾ ਪਿਆਗਾ। ਸਿਰਫ ਔਰ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਹੀ ਅਸੀਂ ਇੰਨੀ ਮਿਹਨਤ ਕੀਤੀ ਆ, ਠੀਕ ਹੈ ਜੀ। ਇਹ ਮਧਾਣੀ ਹੁੰਦੀ ਸੀ, ਇਹ ਹੱਥਾਂ ਨਾਲ ਰਿੜਕੀ ਜਾਂਦੀ ਸੀ, ਠੀਕ ਹੈ। ਇਹਦੇ ਵਿੱਚੋਂ ਲੱਸੀ ਰਿੜਕੀ ਜਾਣੀ, ਉਹ ਚੋਂ ਮੱਖਣੀ ਕੱਢੀ ਜਾਣੀ, ਤੇ ਲੇਡੀਜ਼
ਦੀਆਂ ਬਾਹਾਂ ਦੀ ਅਕਸਰ ਐਕਸਰਸਾਈਜ਼ ਹੁੰਦੀ ਰਹਿੰਦੀ ਸੀ, ਜਿਹਦੇ ਕਰਕੇ ਉਸ ਸਮੇਂ ਕੋਈ ਬਿਮਾਰੀ ਵਗੈਰਾ ਨੇੜੇ ਤੇੜੇ ਵੀ ਨਹੀਂ ਸੀ। ਇਸ ਤੋਂ ਬਾਅਦ ਆ ਕੇ ਦਿਖਾਉਂਦੇ ਆ ਕਿ ਮਧਾਣੀ ਕਿਵੇਂ ਚੱਲਦੀ ਹੁੰਦੀ ਸੀ। ਹਾਂਜੀ, ਇਹ ਦੇਖੋ ਦੇਖੋ ਬਾਹਾਂ ਦੀ ਕਿੰਨੀ ਐਕਸਰਸਾਈਜ਼ ਹੁੰਦੀ ਹੋਣੀ ਆ, ਦੇਖਿਆ? ਬਹੁਤ ਐਕਸਰਸਾਈਜ਼ ਹੁੰਦੀ ਸੀ ਬੱਚੇ ਬਾਹਾਂ ਦੀ। ਇਹ ਮਧਾਣੀ ਆ ਤੇ ਇਦਾਂ ਇਹ ਚੱਲਦੀ ਹੁੰਦੀ ਹੈ, ਇਦਾਂ ਲੇਡੀਜ਼ ਉਸ ਸਮੇਂ ਰੜਕਦੇ ਹੁੰਦੇ ਸੀਗੇ ਮਧਾਣੀ ਨੂੰ। ਤੁਹਾਨੂੰ ਦਿਖਾਈਆਂ ਪੁਰਾਣੇ ਸੱਭਿਆਚਾਰ ਦੀਆਂ। ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਦੀਪ ਸਰ, ਹਰਦੀਪ ਸਰ ਤੇ ਬਾਕੀ ਟੀਚਰਸ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨੂੰ ਇਕੱਠੇ ਕਰਨ 'ਚ ਮਦਦ ਕੀਤੀ ਆ। ਤੇ ਇਹਨਾਂ ਬਾਰੇ ਤੁਹਾਨੂੰ ਪੂਰੀ ਨੌਲੇਜ ਮਿਲ ਗਈ ਨਾ ਬੱਚਿਓ? ਹਾਂਜੀ, ਮਿਲ ਗਈ ਨੌਲੇਜ? ਤੇ ਇਹਨਾਂ ਨੂੰ ਯਾਦ ਰੱਖਣਾ, ਠੀਕ ਆ? ਆਪਣਾ ਕੰਮ ਆ ਆਪਣੇ ਸੱਭਿਆਚਾਰ ਨੂੰ ਬਚਾਉਣਾ। ਸੋ ਇਸ ਤੋਂ ਬਾਅਦ ਅਗਲੀ ਪਰਫਾਰਮੈਂਸ ਲਈ ਮੈਡਮ ਆ ਗਏ, ਸਾਰੇ ਟੀਚਰਸ ਆ ਗਏ। ਚਾਹੇ ਕੋਈ ਤਿਆਰੀ ਕਰਵਾਉਣ ਵਾਲੇ ਆ, ਚਾਹੇ ਉਹ ਪੀਰੀਅਡ ਲਗਾਉਣ ਵਾਲੇ ਆ, ਸਾਰੇ ਟੀਚਰ, ਸਾਰੇ ਜੋ ਵੀ ਸਕੂਲ ਦਾ ਸਟਾਫ ਆ, ਚਾਹੇ ਉਹ ਟਰਾਂਸਪੋਰਟ ਦਾ ਸਟਾਫ ਆ, ਚਾਹੇ ਉਹ ਟੀਚਰਸ ਨੇਗੇ, ਚਾਹੇ ਉਹ ਕਲੈਰੀਕਲ ਦੇ ਵਿੱਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਇਸ ਤੋਂ ਬਾਅਦ ਮੈਂ ਖਾਸ ਸਾਡੇ ਡੀਜੇ ਵਾਲੇ ਵੀਰ, ਕੀ ਨਾਮ ਆ? ਗੁਲਾਬ ਸਿੰਘ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਅੱਜ ਆਪਣੇ ਡੀਜੇ ਦੇ ਸਪੀਕਰਾਂ ਦੀ ਸੇਵਾ ਸਕੂਲ 'ਚ ਕੀਤੀ। ਇਸ ਤੋਂ ਬਾਅਦ ਸਾਡੇ ਪੱਤਰਕਾਰ ਵੀਰ ਅਜੇ ਟੱਲੇਵਾਲ, ਇਹ ਸਾਡੇ ਵਿਚਕਾਰ ਪਹੁੰਚਿਆ ਸਾਨੂੰ ਕਵਰ ਕਰਨ ਦੇ ਵਾਸਤੇ, ਇਹਨਾਂ ਦਾ ਵੀ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਇਸ ਤੋਂ ਬਾਅਦ ਭੰਗੜੇ ਵਾਲਾ ਵੀਰ ਜਗਤਾਰ ਸਿੰਘ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਟਾਈਮ ਕੱਢ ਕੇ ਸਾਡੇ ਬੱਚਿਆਂ ਨੂੰ ਤਿਆਰੀ ਕਰਵਾਈ।